सत श्री अकाल जी। तुसी देख रहे हो शाने विरासत टीवी। मैं कुलविंदर रसूलपुर ते अज असी एक तप स्थान ते खड़े हैं जिथे कि संत बाबा रतन सिंह जी ने तपस्या की है। ते उस स्थान का नाम गुरुद्वारा जाग साहिब सुरतापुर मंड जिहड़ा कि रूपनगर जिले दे विच पैंदा है, तहसील रोपड़ दे विच पैंदा है। सो उत्थों दे अज मौजूदा महापुरुषों नाल आपां गलबात करते हैं। बाबा जी वाहिगुरू जी का खालसा वाहिगुरू जी की फतेह। बाबा जी अस्थान कदों बनिया है ते इसकी की मानता है? देखो ये स्थान तो बनया होया बहुत पुराना है। इनू दस्या गया सानू जो दस्या गया महापुरुषों वालों संत बाबा रतन सिंह जी दे जिहड़े सब तो पहला हुंदे सीगे ਉਹ ਦੱਸਦੇ ਸੀਗੇ ਵੀ ਇਹ ਪਾਂਡੂਆਂ ਦੇ ਵੇਲੇ ਦਾ ਵੀ ਹੈਗਾ ਇਹ ਸਥਾਨ। ਵੀ ਇੱਥੇ ਨਾ ਜਿਹੜੇ ਪਾਂਡੂਆਂ ਨੂੰ ਜਦੋਂ ਅਗਿਆਤਵਾਸ ਹੋਇਆ ਉਦੋਂ ਇੱਥੇ ਤੇ ਉੱਥੇ ਹੈੱਡ ਦਰਬਾਰ ਗੁਰਦੁਆਰਾ ਹੈੱਡ ਦਰਬਾਰ ਹੈਗਾ ਗੁਰਦੁਆਰਾ ਇਸੇ ਬ੍ਰਾਂਚ ਦਾ। ਇਸ ਹੈਗੇ ਆ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਦੇ ਗੁਰਦੁਆਰੇ ਨੇ। ਉਹ ਵੱਡੇ ਮਹਾਂਪੁਰਸ਼ ਹੋਏ ਆ ਜਿਹੜੇ ਨਾ ਆਪਣੇ ਕਰਮ ਸਿੰਘ ਜੀ ਹੋਏ ਆ ਖੋਤੀ ਮੈਦਾਨ ਵਾਲੇ। ਉਹਨਾਂ ਤੋਂ ਵਰਸਾਏ ਸੰਤ ਬਾਬਾ ਜਵਾਲਾ ਸਿੰਘ ਜੀ, ਮਸਤ ਬਾਬਾ ਭਗਤ ਸਿੰਘ ਜੀ ਅਤੇ ਸੰਤ ਬਾਬਾ ਰਤਨ ਸਿੰਘ ਜੀ ਹੋਏ, ਉਹਨਾਂ ਤੋਂ ਵਰਸਾਏ ਹੋਏ ਹੈ ਜੀ। ਅਤੇ ਉਹ ਮਹਾਂਪੁਰਸ਼ ਇੱਥੇ ਫਿਰ ਦੱਸ ਕੇ ਗਏ ਸੀਗੇ। ਇੱਥੇ ਪਹਿਲਾਂ ਬੀਆਬਾਨ ਹੁੰਦਾ ਸੀਗਾ, ਇਹ ਜੰਗਲ ਜਿੱਦਾਂ ਜੰਗਲ ਜਿਹੇ ਹੁੰਦੇ ਨਾ ਉੱਦਾਂ ਹੁੰਦਾ ਸੀਗਾ। ਫਿਰ ਮਹਾਂਪੁਰਸ਼ਾਂ ਨੇ ਇਹ 100-150 ਕਿੱਲਾ ਆਬਾਦ ਕਰਾਇਆ ਸੀਗਾ ਇਲਾਕੇ ਦੀਆਂ ਸੰਗਤਾਂ ਲਾ ਕੇ ਸੰਤ ਬਾਬਾ ਰਤਨ ਸਿੰਘ ਜੀ ਨੇ। ਅਤੇ ਜਦੋਂ ਸਾਨੂੰ ਸਾਡੇ 'ਤੇ ਜਦੋਂ ਨਾ ਮਤਲਬ ਮਹਾਰਾਜ ਨੇ ਕਿਰਪਾ ਕੀਤੀ ਆ ਸੰਤ ਬਾਬਾ ਰਤਨ ਸਿੰਘ ਜੀ ਨੇ, ਉਦੋਂ ਸਾਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਸੀਗੇ ਉਹਨਾਂ ਨੇ। ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਹੋ ਕੇ ਗਏ। ਦੇਖੋ ਇਹ ਆਮ ਜਨਤਾ ਨੂੰ ਤਾਂ ਦੱਸਣਾ, ਕਿਉਂਕਿ ਆਮ ਜਨਤਾ ਨੂੰ ਦੱਸਦੇ ਤਾਂ ਅਗਲੇ ਤਰਕ ਕਰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਤਾਂ ਕੋਈ ਐਡਾ ਵੱਡੀ ਹਸਤੀ ਹੋਈ ਨਹੀਂ ਹੈਗੀ, ਪਰ ਉਹ ਸੀਗੇ। ਅਤੇ ਇਹੀ ਫਿਰ ਅਸੀਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਸੇਵਾ ਕਰੋ। ਫਿਰ ਸਾਡਾ ਨਾਂ ਇੱਥੇ ਫਿਰ ਕਮੇਟੀ ਬਣਾਈ ਉਹਨਾਂ ਨੇ ਇੱਕ, ਜਿਹਦੇ ਸਾਨੂੰ ਪ੍ਰੈਜ਼ੀਡੈਂਟ ਸ਼ੋਅ ਕੀਤਾ ਹੋਇਆ ਸੀਗਾ। ਸਾਨੂੰ ਨਹੀਂ ਸੀ ਪਤਾ, ਅਸੀਂ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਉਂਕਿ ਉਹ ਸੰਤ ਬਾਬਾ ਰਤਨ ਸਿੰਘ ਜੀ ਇਹ ਜਿਹੜੀ ਸੇਵਾ ਕਰਾਉਂਦੇ ਸੀ ਨਾ ਕਿਲ੍ਹਾ ਆਨੰਦਗੜ੍ਹ ਦੀ, ਉਦੋਂ ਫਿਰ ਇਹ ਪ੍ਰਸ਼ਾਦੇ ਇਕੱਠੇ ਕਰਕੇ ਇਲਾਕੇ ਤੋਂ ਲੈ ਕੇ ਜਾਂਦੇ ਹੁੰਦੇ ਸੀ। ਇੱਕ ਦਿਨ ਦੀ ਗੱਲ ਹੈ ਕਿ ਉਹਨਾਂ 'ਚ ਇੰਨੀ ਸੰਪੂਰਨਤਾ ਆ ਚੁੱਕੀ ਸੀਗੀ ਅਤੇ ਬੱਸ 'ਤੇ ਜਿਹੜੀ 'ਤੇ ਜਾਂਦੇ ਸੀਗੇ ਉਹਨਾਂ ਨੇ ਕਿਹਾ ਵੀ ਇਹ ਬੱਸ ਅੱਗੇ ਲੰਘ ਗਈ। ਉਹਨਾਂ ਨੂੰ ਇਗਨੋਰ ਕਰ ਗਿਆ ਚੜ੍ਹਾਉਣੇ ਤੋਂ। ਪ੍ਰਸ਼ਾਦੇ ਸੀਗੇ ਸੰਗਤਾਂ ਨੇ ਇਕੱਠੇ ਕਰੇ ਹੋਏ, ਉਹ ਬਾਬਾ ਜੀ ਲੈ ਕੇ ਜਾ ਰਹੇ ਸੀਗੇ। ਅਤੇ ਜਦੋਂ ਉਹ ਬੱਸ ਇਗਨੋਰ ਕਰਤੀ ਇੱਥੇ ਬਾਬਾ ਜੀ ਦੇ ਮੂੰਹ ਤੋਂ ਅਚਾਨਕ ਵਚਨ ਨਿਕਲ ਗਿਆ ਵੀ ਸੜ ਜੇ ਇਹ ਬੱਸ। ਉਹ ਬੱਸ ਨੂੰ ਜਦੋਂ ਅੱਗ ਲੱਗ ਗਈ ਅਤੇ ਉਸ ਤੋਂ ਬਾਅਦ ਫਿਰ ਸੰਤ ਬਾਬਾ ਜਵਾਲਾ ਸਿੰਘ ਮਹਾਰਾਜ ਨੇ ਕਿਹਾ ਵੀ ਸੰਤ ਰਤਨ ਸਿੰਘ ਜੀ ਇਹੋ ਜਿਹੇ ਕੰਮ ਨਾ ਕਰੋ। ਤਦ ਫਿਰ ਉਹਨਾਂ ਨੇ ਇਹ ਤੋਂ ਬਾਅਦ ਫਿਰ ਉਹ ਮੌਨ ਰਹਿਣ ਲੱਗ ਗਏ ਸੀਗੇ। ਫਿਰ ਉਹ ਇੱਥੇ ਸੇਵਾ ਕਰਦੇ ਰਹੇ। ਉਸ ਤੋਂ ਬਾਅਦ ਇੱਥੇ ਜੰਗਲ ਸੀਗਾ, ਉਹ ਆਬਾਦ ਕਰਿਆ, ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ। ਅਤੇ ਅੱਜ ਸਾਡੇ ਕੋਲ ਇਹ ਕਾਰਪੋਰੇਸ਼ਨ ਨੇ ਬਾਅਦ ਵਿੱਚ ਅਕਵਾਇਰ ਕਰ ਲਈ ਹੈ, ਸ਼ਡਿਊਲ ਕਾਸਟ ਕਾਰਪੋਰੇਸ਼ਨ ਬਣ ਗਈ ਸੀ ਇੱਥੇ। ਉਹ ਸਾਰੇ ਜਿਹੜੀ ਜ਼ਮੀਨ ਸੀ ਇੱਥੇ ਉਹ ਫਿਰ ਸਾਰੀ ਅਕਵਾਇਰ ਹੋ ਗਈ ਆ। ਹੁਣ ਸਾਡੇ ਕੋਲ ਜਿਹੜੇ ਹੈਗੇ ਆ ਉਹ 5 ਕਿੱਲੇ ਕਾਰਪੋਰੇਸ਼ਨ ਵਾਲਿਆਂ ਨੇ ਕਿਹਾ ਸੀ, ਅਜੇ ਤੱਕ ਉਹਨਾਂ ਨੇ ਦਿੱਤੇ ਨਹੀਂ ਹੈਗੇ ਸਾਨੂੰ। ਅਸੀਂ ਵੀ ਬਹੁਤ ਰਿਕੁਐਸਟਾਂ ਪਾਈਆਂ ਉਹਨਾਂ ਨੂੰ ਵੀ 5 ਕਿੱਲੇ ਸਾਨੂੰ ਦੇ ਦਿਓ, ਜਿਹੜੇ ਤੁਸੀਂ ਜਿੱਦਾਂ ਤੁਸੀਂ ਸ਼ਡਿਊਲ ਕਾਸਟਾਂ ਨੂੰ ਦਿੱਤੇ ਇੱਦਾਂ ਸਾਨੂੰ ਵੀ ਇਹਦਾ ਗੁਰਦੁਆਰੇ ਕਰਕੇ। ਕਿਉਂਕਿ ਗੁਰਦੁਆਰੇ ਪਹਿਲਾਂ ਇੱਥੇ ਛੰਨ ਬੰਨੀ ਸੀਗੀ। ਜਿਹੜੇ ਮਸਤ ਬਾਬਾ ਭਗਤ ਸਿੰਘ ਜੀ ਸੀਗੇ ਉਹਨਾਂ ਨੇ ਫਿਰ ਇੱਥੇ ਕਿਰਪਾ ਕੀਤੀ ਆ, ਉਹ ਆਉਂਦੇ ਜਾਂਦੇ ਰਹੇ ਅਤੇ ਇੱਥੇ ਨਾਲ ਹੀ ਬੰਨ੍ਹ ਲਾਇਆ ਉਹਨਾਂ ਨੇ। ਇੱਥੇ ਬੈਠਿਆ ਉਹਨਾਂ ਨੇ ਬੱਚੇ ਘਰੇ ਇੱਕ ਡੱਕਾ ਜਿਹਾ ਰੱਖ ਦਿੱਤਾ। ਉਹ ਕਹਿੰਦੇ ਅਸੀਂ ਬੰਨ੍ਹ ਦਰਗਾਹ 'ਚੋਂ ਮਨਜ਼ੂਰ ਕਰਾ ਦਿੱਤਾ ਅਤੇ ਇਹ ਹੌਲੀ ਹੌਲੀ ਇੱਥੇ ਬੰਨ੍ਹ ਬਣ ਜਾਏਗਾ। ਗੌਰਮੈਂਟ ਆਪੇ ਬੰਨ੍ਹ ਬਣਾਊਗੀ ਅਤੇ ਗੌਰਮੈਂਟ ਨੇ ਫਿਰ ਬੰਨ੍ਹ ਬਣਾਇਆ। ਹੁਣ ਅੱਜ ਕੱਲ੍ਹ ਇਹ 4 ਚੁਫੇਰੇ ਬੰਨ੍ਹ ਨੇ, ਇਹਦੇ ਦੋ ਨਦੀਆਂ ਲੰਘਦੀਆਂ ਇੱਥੋਂ, ਉਹ ਦੋਏ ਇੱਕ ਬੰਨ੍ਹ ਲੱਗੇ ਹੋਏ ਆ ਉਹਨਾਂ। ਅਤੇ ਇੱਥੇ ਹੁਣ ਉਪਜਾਊ ਜ਼ਮੀਨ ਹੋ ਗਈ ਆ। ਸਾਡੇ ਕੋਲ ਇੱਥੇ ਇੱਕ ਗਊਸ਼ਾਲਾ ਵੀ ਰਨ ਕਰਦੇ ਹਾਂ ਅਸੀਂ। ਗਊਸ਼ਾਲਾ ਜਿਹੜੀ ਹੈਗੀ ਆ ਉਹਦੇ
150 ਤੋਂ ਲੈ ਕੇ 200, ਪੌਣੇ 200 ਤੋਂ ਲੈ ਕੇ 200 ਤੱਕ ਡੰਗਰ ਹੈਗੇ ਆ, ਵਿੱਚੇ ਗਊਆਂ ਵਿੱਚੇ ਮੱਝਾਂ। ਜਿਹੜੀਆਂ ਇੱਥੇ ਇਹ ਗਊਆਂ ਪਹਿਲਾਂ ਇੱਥੇ ਜ਼ਿਮੀਂਦਾਰਾਂ ਦੇ ਖੇਤਾਂ ਨੂੰ ਉਹ ਕਰਦੀਆਂ ਸੀਗੀਆਂ, ਬਰਬਾਦ ਕਰਦੀਆਂ ਸੀ ਫਸਲ ਉਹਨਾਂ ਦੀ। ਉਹ ਫਿਰ ਇੱਥੇ ਮਹਾਰਾਜ ਨੇ ਕਿਰਪਾ ਕਰੀ ਵੀ ਇੱਥੇ ਗਊਸ਼ਾਲਾ ਬਣਾ ਦਿੱਤੀ। ਹੁਣ ਅਸੀਂ ਕਾਰਪੋਰੇਸ਼ਨ ਵਾਲਿਆਂ ਨੂੰ ਕਿਹਾ ਵੀ ਸਾਡੇ ਕੋਲ ਜ਼ਮੀਨ ਘੱਟ ਆ, ਵੀ 5 ਕਿੱਲੇ ਗੁਰਦੁਆਰੇ ਨੂੰ ਦੇ ਦਿਓ ਤੁਸੀਂ, ਜਿਹੜੇ ਤੁਸੀਂ ਮਨਜ਼ੂਰ ਕਰੇ ਹੋਏ ਆ। ਸਾਡੇ ਸਾਥੀ ਗੁਰਮੀਤ ਸਿੰਘ ਜੀ ਵੀ ਬਹੁਤ ਵਾਰੀ ਉੱਥੇ ਜਾਂਦੇ ਰਹੇ ਆ, ਪਰ ਉਹਨਾਂ ਦੇ ਕੰਨ 'ਤੇ ਕੋਈ ਜੂ ਨਹੀਂ ਸਰਕੀ ਹੈਗੀ। ਚਲੋ ਜੋ ਉਹਨਾਂ ਦੀ ਆਪਣੀ ਕਾਰਵਾਈ ਆ ਉਹ ਆਪਣੀ ਕਰਦੇ ਰਹੇ। ਅਤੇ ਇੱਥੇ ਛੰਨ ਤੋਂ ਬਾਅਦ ਫਿਰ ਬਾਬਾ ਜੀ ਨੇ, ਸੰਤ ਬਾਬਾ ਰਤਨ ਸਿੰਘ ਜੀ ਨੇ ਇੱਥੇ ਗੋਲ ਛੰਨ ਬੰਨੀ ਸੀ ਪਹਿਲਾਂ, ਫਿਰ ਹੌਲੀ ਹੌਲੀ ਦਰਬਾਰ ਸਾਹਿਬ ਬਣ ਗਿਆ। ਹੁਣ ਇਹ ਗੁਰਦੁਆਰਾ ਜਾਗ ਤਖਤ ਸੁਰਤਾ ਪ੍ਰਬੰਧ ਕਰਕੇ ਵੱਜਦਾ ਹੈ। ਅਤੇ ਸਾਡੇ ਕੋਲ ਹੋਰ ਤਾਂ ਕੋਈ ਗੱਲ ਕਰਨੇ ਨੂੰ ਹੈ ਨਹੀਂ। ਬਾਬਾ ਜੀ, ਪੁਰਾਤਨ ਸਮੇਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਰੂਪ ਸੀ ਉਹ ਲੜੀਵਾਰ ਹੋਇਆ ਕਰਦੇ ਸਨ, ਪਰ ਅੱਜ ਇਹ ਪਦਛੇਦ ਹੋ ਗਏ। ਤੁਸੀਂ ਕੀ ਸਮਝਦੇ ਹੋ ਵੀ ਉਸ ਟਾਈਮ ਦੀ ਸਿੱਖੀ ਅਤੇ ਅੱਜ ਦੀ ਸਿੱਖੀ ਦੇ ਵਿੱਚ ਕੋਈ ਫਰਕ ਪਿਆ? ਦੇਖੋ, ਇਹਦੇ ਬਾਰੇ ਅਸੀਂ ਕੋਈ ਨਹੀਂ ਕੁਛ ਨਹੀਂ ਕਹਿ ਸਕਦੇ, ਕਿਉਂਕਿ ਸਿੱਖੀਜ਼ਮ ਵਿੱਚ ਜੋ ਕੰਟਰਾਡਿਕਸ਼ਨਾਂ ਚੱਲਦੀਆਂ ਉਹਦੇ ਬਾਰੇ ਕੁਛ ਨਹੀਂ ਅਸੀਂ ਕਹਿ ਸਕਦੇ। ਅਸੀਂ ਤਾਂ ਇਹ ਕਹਿੰਦੇ ਵੀ ਤੂੰ ਕਰਤੇ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਆਪਾ ਮਿਟ ਗਿਆ ਜਦ ਦੇਖਾਂ ਤਬ ਤੂੰ। ਅਤੇ ਇੱਕ ਪੁਰਾਤਨ ਸਮੇਂ ਦੇ ਵਿੱਚ ਸਾਡੇ ਸਿੱਖ ਧਰਮ ਦੇ ਵਿੱਚ ਰੀਤ ਸੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀਗਾ ਕਿਸੇ ਦੇ ਘਰ ਦੇ ਵਿੱਚ, ਚਾਹੇ ਗੁਰੂ ਘਰ ਦੇ ਵਿੱਚ, ਉਦੋਂ ਆਸਾ ਦੀ ਵਾਰ ਜ਼ਰੂਰ ਲਾਈ ਜਾਂਦੀ ਸੀ। ਪਰ ਕਿਤੇ ਨਾ ਕਿਤੇ ਅੱਜ ਆਸਾ ਦੀ ਵਾਰ ਸਾਡੇ 'ਚ ਅਲੋਪ ਹੋ ਗਈ। ਇਹਦਾ ਵੀ ਇੱਕ ਕਾਰਨ ਹੈ ਵੀ ਸਾਡੇ ਜਿਹੜੇ ਸਿੱਖ ਹੈ ਉਹ ਗੁਰਮਤਿ ਨੂੰ ਤਿਆਗ ਕੇ ਮਨਮਤ ਵੱਲ ਜਾ ਰਹੇ ਹੈ। ਦੇਖੋ, ਜਿਹੜੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਗੁਰਦੁਆਰੇ ਆ, ਜਿੱਦਾਂ ਇਹ ਉਹਨਾਂ ਦੀ ਬ੍ਰਾਂਚ ਆ, ਉੱਥੇ ਕੋਈ ਮਰਿਆਦਾ ਨਹੀਂ ਭੰਗ ਹੋਈ। ਉੱਥੇ ਇੱਥੇ ਕੀਰਤਨ ਵੀ ਹੁੰਦਾ, ਇੱਥੇ ਜਿਹੜੀ ਉਹ ਆਰਤੀ ਵੀ ਹੁੰਦੀ ਆ, ਜਦੋਂ ਭੋਗ ਪੈਂਦਾ ਤਾਂ ਉਦੋਂ ਆਰਤੀ ਵੀ ਹੁੰਦੀ। ਆਨੰਦ ਸਾਹਿਬ ਦਾ ਪੂਰਾ ਪਾਠ ਕਰਕੇ ਫਿਰ ਆਰਤੀ ਕਰਦੇ ਆ। ਅਸੀਂ ਇਹੀ ਚੀਜ਼ਾਂ, ਮਤਲਬ ਇੱਥੇ ਕੋਈ ਇਹੀ ਜਿਹੀ ਚੀਜ਼ ਨਹੀਂ ਵੀ ਜਿਹੜੀ ਭੰਗ ਹੋਈ ਹੋਏ। ਨਹੀਂ, ਮੇਰੇ ਕਹਿਣ ਦਾ ਮਤਲਬ ਆਸਾ ਹੀ ਵਾਰ ਸਿੱਖਾਂ ਦੇ ਘਰਾਂ ਦੇ ਵਿੱਚ ਅਲੋਪ ਹੋ ਗਈ। ਜਦੋਂ ਜਿਹੜੇ ਅੱਜ ਦੁੱਖ ਸੁੱਖ ਦੇ ਵਿੱਚ ਅਸੀਂ ਫਸੇ ਹੋਏ ਹਾਂ, ਇਹਦਾ ਮੂਲ ਕਾਰਨ ਤੁਸੀਂ ਸਮਝਦੇ ਹੋ? ਇਹਦਾ ਈਗੋ ਹੈ, ਹੋਰ ਤਾਂ ਕੁਛ ਨਹੀਂ ਹੈਗਾ। ਈਗੋ ਆ, ਸੰਗਤ ਵਿੱਚ ਈਗੋ ਇੰਨੀ ਆ ਚੁੱਕੀ ਆ, ਕਿਉਂਕਿ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਵਿਛੜ ਕੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਦਾ ਸਰੂਪ ਆ। ਮਹਾਰਾਜ ਨੇ ਦੱਸਿਆ ਵੀ ਇਹ ਅਕਾਲ ਜਦੋਂ ਚੁੱਭੀ ਮਾਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ, ਉਦੋਂ ਇਹਦੇ ਮੂਲ ਮੰਤਰ ਹੀ ਸਭ ਤੋਂ ਪਹਿਲਾਂ ਉਚਾਰਨ ਹੋਇਆ ਵੀ ਇਹ ਮੂਲ ਮੰਤਰ ਦਾ ਪਾਠ ਕਰਿਆ ਕਰੋ। ਇਹ ਤੋਂ ਬਾਅਦ ਫਿਰ ਜਪਜੀ ਸਾਹਿਬ ਸ਼ੁਰੂ ਹੋ ਗਿਆ ਵੀ ਜਪਜੀ ਸਾਹਿਬ। ਵੈਸੇ ਇਹ ਜਿਹੜਾ ਮੂਲ ਮੰਤਰ ਹੈ, ਇਹ ਸਾਰੇ ਪਾਠਾਂ ਜੇ ਤੁਸੀਂ ਕੋਈ ਕਰੋ ਨਾ ਟਿਕ ਕੇ ਬੈਠ ਕੇ, ਤਾਂ ਇਹਦੇ ਵਿੱਚ ਸਾਰਾ ਗਿਆਨ ਆ ਜਾਂਦਾ। ਅਤੇ ਅੱਜ ਇੱਕ ਸਿੱਖੀ ਮੈਂ ਹਰ ਇੱਕ ਜਗ੍ਹਾ ਇਹ ਬੇਨਤੀ ਕਰਦਾ ਹੁੰਦਾ ਵੀ ਜਿਹੜੀ ਸਿੱਖੀ ਹੈ ਦੋ ਪਾਸੇ ਵੰਡੀ ਗਈ ਹੈ, ਇੱਕ ਪਰਮਾਰਥ ਵਾਲੀ, ਇੱਕ ਤਰਕਵਾਦੀ ਅਤੇ ਬੁੱਧੀਜੀਵੀ। ਬੁੱਧੀਜੀਵੀਆਂ ਦੇ ਵਿੱਚ ਗਿਆਨ ਹੈ ਅਤੇ ਗਿਆਨ ਦੇ ਨਾਲ ਤਰਕ ਹੈ, ਪਰ ਜਿਹੜੇ ਮਹਾਂਪੁਰਸ਼ ਹੈ, ਮਹਾਂਪੁਰਸ਼ ਪਰਮਾਰਥ ਨਾਲ ਜੁੜੇ ਹੋਏ ਹੈ, ਰੱਬ ਦੀਆਂ ਰੂਹਾਂ ਨਾਲ ਹੈ। ਕੋਈ ਅਜਿਹੇ ਮਹਾਂਪੁਰਸ਼ਾਂ ਦੇ ਨਾਂ ਸਾਨੂੰ ਦੱਸੋ ਜਿਹੜੇ ਪਰਮਾਰਥ ਦੇ ਵਿੱਚ ਜੁੜ ਕੇ ਜਿਨ੍ਹਾਂ ਨੇ ਲੋਕਾਈ ਦਾ ਭਲਾ ਕੀਤਾ ਹੋਵੇ। ਉਹ ਹੋਤੀ ਮਰਦਾਨ ਵਾਲੇ ਕਰਮ ਸਿੰਘ ਜੀ ਹੋਏ ਆ, ਉਹਨਾਂ ਤੋਂ ਬਰਸਾਏ ਹੋਏ ਸੰਤ ਬਾਬਾ ਜਵਾਲਾ ਸਿੰਘ ਜੀ ਹੋਏ ਆ, ਮਸਤ ਬਾਬਾ ਭਗਤ ਸਿੰਘ ਜੀ ਹੋਏ ਆ। ਜਿਹੜੇ ਅਸੀਂ ਆਪਣੇ ਦਾਇਰੇ ਦੇ ਜਿਹੜੇ ਅਸੀਂ ਜਾਣਦੇ ਇੰਨੇ ਕੁ ਮਹਾਂਪੁਰਸ਼ਾਂ ਨੂੰ ਜਾਣਦੇ, ਪੂਰਨ ਬ੍ਰਹਮ ਗਿਆਨੀ ਸੀਗੇ। ਇਹਨਾਂ ਦੇ ਅਸੀਂ ਜਿਹੜੀ ਇਹਨਾਂ ਨੇ ਲੀਹ ਚਲਾਈ ਹੋਈ ਆ, ਉਹਦੇ 'ਤੇ ਹੀ ਅਸੀਂ ਚੱਲਦੇ ਹਾਂ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਗੁਰਮੀਤ ਸਿੰਘ, ਇਹ ਇਸ ਪਵਿੱਤਰ ਸਥਾਨ ਸ੍ਰੀ ਗੁਰਦੁਆਰਾ ਸ੍ਰੀ ਜਾਗ ਤਖਤ ਸਾਹਿਬ ਮੰਡ ਸੁਰਤਾਪੁਰ ਰੋਪੜ ਤੋਂ ਧੂਣਾ ਸਥਲ ਤੋਂ ਬੋਲ ਰਹੇ ਹਾਂ। ਜਿਹੜਾ ਕਿ ਇਹ ਸਥਾਨ ਧੂਣਾ ਸਾਹਿਬ ਹੈ, ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਇਹ ਸਥਾਨ ਪਾਂਡਵਾਂ ਦੇ ਸਮੇਂ ਜਿਹੜਾ ਹੈ, ਪਾਂਡਵਾਂ ਨੇ ਜਦੋਂ ਅਗਿਆਤਵਾਸ ਹੋਇਆ ਸੀ, ਇੱਥੇ ਆ ਕੇ ਉਹਨਾਂ ਨੇ ਤਪੱਸਿਆ ਕਰੀ ਸੀ। ਅਤੇ ਜਦੋਂ ਸ੍ਰੀ ਰਾਮਚੰਦਰ ਜੀ ਭਗਵਾਨ ਜੀ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀ, ਉਹ ਵੀ ਸਥਾਨ 'ਤੇ ਆ ਕੇ ਉਹਨਾਂ ਨੇ ਤਪੱਸਿਆ ਕਰੀ ਸੀ। ਅਤੇ ਜਿਹੜਾ ਉਸ ਗੁਰਦੁਆਰਾ ਸ੍ਰੀ ਕੋਟ ਪੁਰਾਣ ਹੈ, ਟਿੱਬੀ ਸਾਹਿਬ ਜਿਹੜਾ ਸਤਲੁਜ ਦਰਿਆ 'ਤੇ ਬਣਿਆ ਹੈ, ਉਹ ਸਥਾਨ ਵੀ ਬੜਾ ਪਵਿੱਤਰ ਹੈ। ਉੱਥੇ ਵੀ ਇਹ ਮਹਾਂਪੁਰਸ਼ਾਂ ਨੇ ਆਪਣਾ ਜਿਹੜਾ ਹੈ, ਉਸ ਸਮੇਂ ਦੇ ਮਹਾਂਪੁਰਸ਼ਾਂ ਨੇ ਆਪਣਾ ਤਪ ਕੀਤਾ ਸੀ। ਅਤੇ ਜਦੋਂ ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਨੇ ਸਥਾਨ ਪ੍ਰਗਟ ਕਰਿਆ, ਫਿਰ ਉਸ ਤੋਂ ਬਾਅਦ ਸੰਤ ਬਾਬਾ ਮੱਤ ਸਿੰਘ ਜੀ ਮਹਾਰਾਜ ਜੀ ਨੇ ਇੱਥੇ
ਆਪਣਾ ਜਿਹੜਾ ਹੈਗਾ ਹੈ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਆ। ਫਿਰ ਉਸ ਤੋਂ ਬਾਅਦ ਸਾਡੇ ਬਾਬਾ ਜੀ ਸੰਤ ਮਹਾਰਾਜ ਰਤਨ ਸਿੰਘ ਜੀ ਮਹਾਰਾਜ ਜੀ ਨੇ ਫਿਰ ਇਸ ਸਥਾਨ ਦੀ ਸੇਵਾ ਕਰੀ, ਉਸਾਰੀ ਕਰੀ। ਇੱਥੇ ਤਕਰੀਬਨ ਮੰਡ ਹੁੰਦਾ ਸੀ, ਜੰਗਲ ਹੁੰਦਾ ਸੀ, 100-150 ਕਿੱਲਾ ਉਹਨਾਂ ਨੇ ਆਬਾਦ ਕੀਤਾ ਤੇ ਆਸ-ਪਾਸ ਦੀਆਂ ਜਿਹੜੀਆਂ ਸੰਗਤਾਂ ਹੈ, ਗਰੀਬ ਲੋਕ ਹੈਗੇ ਆ, ਉਹਨਾਂ ਨੂੰ ਜ਼ਮੀਨ ਤਿਆਰ ਕਰਕੇ ਦਿੱਤੀ ਖੇਤੀਬਾੜੀ ਵਾਸਤੇ ਅਤੇ ਉਹਨਾਂ ਦੀ ਸਮੇਂ-ਸਮੇਂ 'ਤੇ ਮਦਦ ਕਰੀ। ਜਦੋਂ ਵੀ ਹੜ੍ਹ ਆਏ ਆ ਇੱਥੇ ਸਾਰੇ ਆਲੇ ਦੁਆਲੇ ਦੇ ਜਿੰਨੇ ਵੀ ਗਰੀਬ ਸੰਗਤ ਹੈ, ਗਰੀਬ ਲੋਕ ਹੈਗੇ ਸੀ ਜਿਹੜੇ ਕਿ ਬਹੁਤ ਹੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਸੀ, ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਕੇ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਪਾਣੀ ਅਤੇ ਰਹਿਣ ਦੀ ਉਹਨਾਂ ਦੇ ਜੀਵਾਂ ਵਾਸਤੇ ਰਾਸ਼ਨ ਪਾਣੀ ਦਾ ਪ੍ਰਬੰਧ ਕਰਿਆ ਇੱਥੇ ਬਾਬਾ ਜੀ ਨੇ। ਫਿਰ ਇਸ ਸਥਾਨ 'ਤੇ ਸੰਤ ਮਹਾਰਾਜ ਜੀ ਦੇ ਸਾਡੇ ਵਚਨ ਹੋਏ ਆ ਵੀ ਜਿਹੜਾ ਵੀ ਇੱਥੇ ਆ ਕੇ ਦਸਵੰਧ ਦਊਗਾ ਅਤੇ ਸੇਵਾ ਕਰੂਗਾ ਉਹਦੇ ਅਸੀਂ ਇੱਥੇ ਵੀ ਜ਼ਿੰਮੇਦਾਰ ਹਾਂ ਅਤੇ ਦਰਗਾਹ ਦੇ ਵਿੱਚ ਵੀ ਅਸੀਂ ਜ਼ਿੰਮੇਦਾਰ ਹਾਂ। ਅਸੀਂ ਇਸ ਤਰ੍ਹਾਂ ਦੇ ਕੌਤਕ ਸਥਾਨ 'ਤੇ ਆਏ ਹਾਂ। ਅਸੀਂ ਦੇਖੇ ਆ ਇੱਥੇ 18, 19, 20 ਜਨਵਰੀ ਨੂੰ ਬੜੇ ਸੰਤ ਮਹਾਰਾਜ ਜੀ ਬਾਬਾ ਮੱਤ ਸਿੰਘ ਮਹਾਰਾਜ ਜੀ ਦੀ ਬਰਸੀ ਮਨਾਈ ਜਾਂਦੀ ਹੈ, ਜਿੱਥੇ ਦੇਸ਼ ਵਿਦੇਸ਼ ਦੇ ਲੋਕ ਆਉਂਦੇ ਆ ਅਤੇ ਹਜ਼ਾਰਾਂ ਦੇ ਵਿੱਚ ਸੰਗਤ ਦਾ ਇਕੱਠ ਹੁੰਦਾ ਅਤੇ ਲੋਕਾਂ ਦੀਆਂ ਇੱਥੇ ਮੰਨਤਾਂ ਜਿਹੜੀਆਂ ਪੂਰੀਆਂ ਹੁੰਦੀਆਂ। ਅਸੀਂ ਕਾਫੀ ਸਮੇਂ ਤੋਂ ਇਸ ਸਥਾਨ ਨਾਲ ਜੁੜੇ ਹੋਏ ਹਾਂ। ਸਾਡੇ ਪਿਤਾ ਜੀ ਮਹਾਰਾਜ ਬੜੇ ਸੰਤ ਬਾਬਾ ਰਤਨ ਸਿੰਘ ਮਹਾਰਾਜ ਜੀ ਦੇ ਨਾਲ ਇਕੱਠੇ ਹੀ ਪੜ੍ਹਦੇ ਹੁੰਦੇ ਸੀ। ਉੱਥੋਂ ਦੀ ਸਾਡੇ ਪਰਿਵਾਰ ਦੀ ਜਿਹੜੀ ਆ ਇਹ ਇੱਕ ਲਾਈਨ ਜੁੜੀ ਹੋਈ ਹੈ ਅਤੇ ਹੌਲੀ ਹੌਲੀ ਮਹਾਰਾਜ ਜੀ ਨੇ ਸਾਨੂੰ ਇਸ ਸਥਾਨ 'ਤੇ ਆਪਣੇ ਨਾਲ ਆਉਣ ਦਾ ਸਮਾਂ ਬਖਸ਼ਿਆ ਅਤੇ ਸੇਵਾ ਦੇ ਲਾਇਕ ਸਮਝਿਆ ਅਤੇ ਇੱਥੇ ਸੰਗਤਾਂ ਦੇ ਅਸੀਂ ਕੰਮ ਹੁੰਦੇ ਬਹੁਤ ਦੇਖੇ ਆ। ਇਹ ਧੂਣਾ ਸਾਹਿਬ ਦੀ ਜਿਹੜੀ ਇਹ ਇੱਥੇ ਜਿਹੜਾ ਇਹ ਸਥਾਨ ਹੈ ਧੂਣਾ ਸਾਹਿਬ, ਇਹਦੇ ਵਿੱਚ ਜਿਹੜੀ ਇਹ ਭਭੂਤੀ ਹੈ, ਇਸ ਨੂੰ ਛਕ ਕੇ ਕਈ ਸੰਗਤਾਂ ਨੇ ਆਪਣੇ ਕਈ ਬਿਮਾਰੀਆਂ ਨੂੰ ਠੀਕ ਕੀਤਾ ਹੈ। ਅਤੇ ਇੱਥੇ ਇੱਕ ਗਊਸ਼ਾਲਾ ਹੈ ਜਿਹਦੇ ਵਿੱਚ ਅਸੀਂ ਤਕਰੀਬਨ ਪੌਣੇ 200 ਗਊ ਮੱਝਾਂ ਰੱਖੀਆਂ ਹੋਈਆਂ ਹੈ। ਉਹ ਗਊ ਮੱਝਾਂ ਨੇ ਜਿਨ੍ਹਾਂ ਨੂੰ ਲੋਕ ਬਾਹਰ ਖੇਤਾਂ 'ਚ ਛੱਡ ਦਿੰਦੇ ਆ ਅਤੇ ਅਸੀਂ ਉਹਨਾਂ ਨੂੰ ਇੱਥੇ ਲਿਆ ਕੇ ਬਾਬਾ ਜੀ ਉਹਨਾਂ ਦੀ ਸੇਵਾ ਕਰਦੇ ਆ ਅਤੇ ਜਦੋਂ ਤੱਕ ਉਹਨਾਂ ਦੇ ਸਵਾਸ ਪੂਰੇ ਨਹੀਂ ਹੁੰਦੇ ਹੈਗੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਦਾ ਜੋ ਵੀ ਕਾਰਜ ਹੈ ਕਿਰਿਆਕ੍ਰਮ ਉਹਨਾਂ ਦਾ ਬਹੁਤ ਹੀ ਅਦਬ ਸਤਿਕਾਰ ਨਾਲ ਕੀਤਾ ਜਾਂਦਾ ਹੈ। ਇਹ ਸੰਤ ਮਹਾਰਾਜ ਜੀ ਸਾਡੇ ਜਿਹੜੇ ਹੈਗੇ ਸੀ ਬੜੇ ਉਹਨਾਂ ਦੇ ਸਮੇਂ ਦੇ ਬਹੁਤ ਸਾਰੇ ਇੱਦਾਂ ਦੇ ਕੌਤਕ ਨੇ ਜੋ ਕਿ ਸੰਗਤਾਂ ਨੂੰ ਇਸ ਪਾਸੇ ਖਿੱਚਦੇ ਨੇ। ਕਈ ਸੰਗਤਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਸੁਪਨੇ 'ਚ ਇਹ ਸਥਾਨ ਦਿਖਦਾ ਹੈ ਔਰ ਉਹ ਆ ਕੇ ਇੱਥੇ ਬਾਬਾ ਜੀ ਨੂੰ ਕਹਿੰਦੇ ਨੇ ਕਿ ਬਾਬਾ ਜੀ ਸਾਡੇ ਜਿਹੜੇ ਆਨੰਦ ਕਾਰਜ ਹੈ ਤੁਸੀਂ ਇੱਥੇ ਕਰੋ। ਸਾਨੂੰ ਹੁਕਮ ਹੋਇਆ ਵੀ ਸਾਨੂੰ ਇਸ ਸਥਾਨ 'ਤੇ ਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣੇ ਨੇ। ਹੁਣ ਪਿੱਛੇ ਵੀ ਕੋਈ ਇੱਕ ਸੰਗਤ ਬੰਬੇ ਤੋਂ ਆਈ ਹੈ, ਉਹ ਪੁੱਛਦੇ ਹੀ ਆਏ ਆ ਕਿ ਬਈ ਸਾਨੂੰ ਇਸ ਸਥਾਨ 'ਤੇ ਪਾਠ ਕਰਾਉਣਾ ਹੈ, ਸਾਨੂੰ ਦੱਸੋ। ਅਤੇ ਉਹ ਸੰਗਤ ਜਿਹੜੀ ਹੈ ਆ ਕੇ ਉਹਨਾਂ ਨੇ ਇੱਥੇ ਪਾਠ ਕਰਾਇਆ ਅਤੇ ਮਹਾਰਾਜ ਨੇ ਉਹਨਾਂ ਦੇ ਘਰ ਦੇ ਵਿੱਚ ਤੋਂ ਬਿਮਾਰੀ ਹੈ ਉਹਦਾ ਨਾਸ਼ ਕੀਤਾ ਹੈ। ਅਤੇ ਇਹ ਸਥਾਨ ਅੱਜ ਦਾ ਨਹੀਂ ਹੈਗਾ, ਇਹਨੂੰ ਕੋਟ ਪੁਰਾਣ ਕਿਹਾ ਜਾਂਦਾ। ਕਰੋੜਾਂ ਸਾਲ ਪੁਰਾਣਾ ਸਥਾਨ ਹੈਗਾ ਇਹ। ਸ੍ਰੀ ਰਾਮਚੰਦਰ ਜੀ ਭਗਵਾਨ, ਪਾਂਡਵ ਜੀ ਜਿਨ੍ਹਾਂ ਨੇ ਇੱਥੇ ਤਪੱਸਿਆ ਕਰੀ, ਫਿਰ ਉਸ ਤੋਂ ਬਾਅਦ ਇਹ ਸਥਾਨ ਪ੍ਰਗਟ ਹੋਏ। ਫਿਰ ਸਾਡੇ ਸੰਤ ਮਹਾਰਾਜ ਜੀ ਨੇ ਇਹ ਸਥਾਨ ਅੱਗੇ ਆਬਾਦ ਕਰੇ। ਇਹ ਸੰਤਾਂ ਮਹਾਂਪੁਰਸ਼ਾਂ ਦਾ ਇਹ ਵੀ ਮੰਨਿਆ ਜਾਂਦਾ ਹੈ ਕਿ ਇੱਥੇ 10ਵੇਂ ਪਾਤਸ਼ਾਹ ਜੀ ਮਹਾਰਾਜ ਜਿਹੜੇ ਹੈਗੇ ਸੀ, ਜਦੋਂ ਪਰਿਵਾਰ ਵਿਛੋੜਾ ਹੋਇਆ ਸ੍ਰੀ ਚਮਕੌਰ ਸਾਹਿਬ ਗਏ ਆ, ਮਹਾਰਾਜ ਜੀ ਨੇ ਇੱਥੋਂ ਵੀ ਆਪਣਾ ਜਿਹੜਾ ਹੈ ਚਰਨ ਪਾਏ ਸੀ। ਅਤੇ ਉਹਨਾਂ ਦੇ ਜਿਹੜੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸੰਤ ਬਾਬਾ ਮੱਤ ਸਿੰਘ ਜੀ ਮਹਾਰਾਜ ਸੀ, ਉਹ ਜਦੋਂ 10 ਸਿੰਘ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਇੱਧਰ ਨੂੰ ਆਏ ਆ ਪਰਿਵਾਰ ਵਿਛੋੜੇ ਤੋਂ ਬਾਅਦ ਜੰਗ ਲੜਦੇ ਹੋਏ, ਅਤੇ ਉਹ 10ਵੇਂ ਜਿਹੜੇ ਹੈਗੇ ਸੀ ਸਿੰਘ ਉਹਨਾਂ ਦੇ, ਉਹ ਸੰਤ ਬਾਬਾ ਮੱਤ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਹੁੰਦੇ ਸੀ, ਸਾਨੂੰ ਇਹ ਸਾਡੇ ਕੋਲ ਇੱਕ ਟੱਟੂ ਜਿਹਾ ਹੁੰਦਾ ਸੀ, ਅਸੀਂ ਬਹੁਤ ਹੌਲੀ ਹੌਲੀ ਚੱਲੇ ਕਰਦੇ ਸੀ, ਸਾਨੂੰ ਕਹਿੰਦੇ ਹੁੰਦੇ ਸੀ ਮਹਾਰਾਜ ਵੀ ਛੇਤੀ ਆ ਜਾਓ। ਫਿਰ ਉਹ ਇਹ ਕਿਹਾ ਜਾਂਦਾ ਹੈ ਵੀ ਜਦੋਂ ਫਿਰ ਜੰਗ ਹੋਈ, ਜੰਗ ਲੜਦੇ ਫਿਰ ਮਹਾਰਾਜ ਜਿਹੜੇ ਸੀ ਬਾਬਾ ਮੱਤ ਸਿੰਘ ਜੀ ਮਹਾਰਾਜ ਜਿਹੜੇ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੌਜ ਦੇ ਉਹ ਸੀ, ਅਤੇ ਉਹਨਾਂ ਨੇ ਫਿਰ ਇੱਥੇ ਆ ਕੇ ਘੋੜੇ ਸਮੇਤ ਇਸ ਧੂਣਾ ਸਾਹਿਬ ਦੇ ਵਿੱਚ ਹੀ ਆਪਣਾ ਪ੍ਰਵੇਸ਼ ਕਰ ਲਿਆ ਸੀ। ਅਤੇ ਇਹ ਵੀ ਇੱਥੇ ਮੰਨਿਆ ਜਾਂਦਾ ਹੈ। ਅਤੇ ਇਹ ਜਿਹੜਾ ਸਥਾਨ ਹੈ ਇੱਥੇ ਜਿਹੜੀ ਸੰਗਤ ਆਉਂਦੀ ਹੈ ਔਰ ਉਹ ਜੇ ਉਹਨਾਂ ਨੂੰ ਬਾਬਾ ਜੀ ਇਹੀ ਸਾਡੇ ਵਚਨ ਕਰਦੇ ਨੇ ਕਿ ਵੀ ਤੁਸੀਂ ਸਿਮਰਨ ਕਰੋ, ਤੁਸੀਂ ਮੂਲ ਮੰਤਰ ਦਾ ਜਾਪ ਕਰੋ, ਉਹਦੇ ਵਿੱਚ ਸਾਰੀ ਗੁਰਬਾਣੀ ਦਾ ਨਿਚੋੜ ਹੈ, ਉਹਨੂੰ ਕਰੋ ਅਤੇ ਆਪਣੇ ਤੁਸੀਂ ਜੀਵਨ ਨੂੰ ਸਫਲਾ ਬਣਾਓ। ਇੱਥੇ ਹੋਰ ਬਾਕੀ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕਾਰਜ ਨਹੀਂ ਕੀਤਾ ਜਾਂਦਾ ਵੀ ਜਿਹਦੇ ਨਾਲ ਕਿ ਕੋਈ ਸੰਗਤ ਦੇ ਮਨ ਵਿੱਚ ਹੋਏ। ਸਿਰਫ ਮਹਾਰਾਜ ਜੀ ਕਹਿੰਦੇ ਗੁਰਬਾਣੀ ਪੜ੍ਹੋ, ਵਧੀਆ ਕਰੋ, ਹੋਰ ਦਸਵੰਧ ਦਿਓ ਅਤੇ ਸੇਵਾ ਕਰੋ। ਇੱਥੇ ਆ ਕੇ ਅਸੀਂ ਇੱਥੇ ਵੀ ਜ਼ਿੰਮੇਦਾਰ ਹਾਂ, ਤੁਹਾਡੇ ਅਤੇ ਦਰਗਾਹ 'ਚ ਵੀ ਜ਼ਿੰਮੇਦਾਰ ਹਾਂ। ਅਤੇ ਅਸੀਂ ਜਿਹੜੇ ਗਏ ਆ ਛੱਡ ਕੇ ਸਰੀਰ, ਅਸੀਂ ਦੇਖੇ ਆ ਬਈ ਉਹ ਮਹਾਰਾਜ ਦੇ ਚਰਨਾਂ 'ਚ ਉਹਨਾਂ ਨੂੰ ਵਾਸ ਮਿਲਿਆ ਹੈਗਾ। ਅਸੀਂ ਇਹ ਵੀ ਇਸ ਸਥਾਨ 'ਤੇ ਸੇਵਾ ਕਰਨ ਵਾਲੀ ਸੰਗਤ ਦੇ ਅਸੀਂ ਇਸ ਤਰ੍ਹਾਂ ਦੀ ਸੰਗਤ ਦੇਖੀ ਹੈ, ਦਰਸ਼ਨ ਕਰੇ ਆ ਅਸੀਂ ਉਹਨਾਂ ਦੇ, ਜਿਨ੍ਹਾਂ ਨੇ ਮਹਾਰਾਜ ਨੇ ਜਿਨ੍ਹਾਂ 'ਤੇ ਕਿਰਪਾ ਕਰੀ ਹੈ ਅਤੇ ਬਹੁਤ ਮਿਹਰ ਰਹੀ ਹੈ ਇਸ ਸਥਾਨ 'ਤੇ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਮੈਂ ਇੱਕੋ ਹੀ ਸ਼ਬਦ ਕਹਿਣਾ ਚਾਹੁੰਦੀ ਹਾਂ, ਕਹਿੰਦੇ ਸਾਧ ਕਾ ਸੰਗ ਬੜ ਭਾਗੀ ਪਾਈਏ। ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਸੰਤ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦੇ ਹਾਂ। ਇਸ ਪਰਿਵਾਰ 'ਤੇ ਬਹੁਤ ਜ਼ਿਆਦਾ ਕਿਰਪਾ ਹੋਈ ਹੈ, ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ।
ਸੰਤਾਂ ਦਾ ਹੱਥ ਹਮੇਸ਼ਾ ਇਸ ਪਰਿਵਾਰ 'ਤੇ ਰਿਹਾ ਹੈ ਅਤੇ ਮੈਂ ਬਚਪਨ ਤੋਂ ਇਸ ਅਸਥਾਨ ਨਾਲ ਜੁੜੀ ਹੋਈ ਹਾਂ। ਅਤੇ ਬਚਪਨ ਵਿੱਚ ਮੇਰੇ ਮਾਤਾ ਜੀ, ਮੇਰੇ ਪਿਤਾ ਜੀ ਮੈਨੂੰ ਲੈ ਕੇ ਇਸ ਅਸਥਾਨ 'ਤੇ ਪਹੁੰਚਦੇ ਸੀਗੇ। ਜਦੋਂ ਮੈਨੂੰ ਛੁੱਟੀ ਹੁੰਦੀ ਸੀ ਸਕੂਲ ਤੋਂ, ਕਾਲਜ ਤੋਂ, ਤਾਂ ਫਿਰ ਉਹ ਸਾਨੂੰ ਅਸਥਾਨ 'ਤੇ ਸੇਵਾ ਕਰਨ ਵਾਸਤੇ ਲੈ ਕੇ ਆਉਂਦੇ ਸੀਗੇ। ਅਤੇ ਉਸ ਤੋਂ ਬਾਅਦ ਫਿਰ ਮੇਰੀ ਮੈਰਿਜ ਤੋਂ ਬਾਅਦ ਮੈਨੂੰ ਇੰਨੀ ਬਹੁਤ ਖੁਸ਼ੀ ਹੋਈ ਵੀ ਮੇਰੇ ਹਸਬੈਂਡ ਨੇ ਵੀ ਮੇਰਾ ਪੂਰਾ ਸਾਥ ਦਿੱਤਾ, ਉਹ ਵੀ ਇਸ ਅਸਥਾਨ ਨਾਲ ਜੁੜੇ। ਅੱਜ ਉਹ ਮੇਰੇ ਨਾਲੋਂ ਵੱਧ ਕੇ ਇਸ ਸਥਾਨ 'ਤੇ ਆਉਂਦੇ ਆ, ਬਹੁਤ ਸ਼ਰਧਾ ਨਾਲ ਆਉਂਦੇ ਆ। ਬੱਚਿਆਂ 'ਤੇ ਮਹਾਰਾਜ ਜੀ ਨੇ, ਸੰਤ ਮਹਾਰਾਜ ਜੀ ਦੀ ਬਹੁਤ ਕਿਰਪਾ ਹੈ। ਕਦੇ ਸੋਚਿਆ ਨਹੀਂ ਸੀ, ਅੱਜ ਉਹਨਾਂ ਨੂੰ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਬਾਹਰ ਭੇਜਿਆ, ਉਹਨਾਂ ਨੇ ਪੜ੍ਹਨ ਵਾਸਤੇ, ਉਹੀ ਕਰ ਰਹੇ ਹਨ ਜੀ ਉਹਨਾਂ ਦਾ ਸਭ ਕੁਝ। ਮੈਂ ਬਸ ਇਹੀ 2 ਸ਼ਬਦ ਕਹਿਣਾ ਚਾਹੁੰਦੀ ਹਾਂ। ਮਹਾਰਾਜ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਸ ਸਥਾਨ ਤੇ ਕੋਈ ਸੰਗਤ ਵੀ ਬੈਠੀ ਹੈ ਮਹਾਂਪੁਰਸ਼ਾਂ ਦੇ ਨਾਲ ਜਿਹੜੀ ਜੁੜੀ ਹੋਈ ਆ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਜੀ, ਤੁਸੀਂ ਕਿੱਥੋਂ ਆਏ ਹੋ? ਮੇਰਾ ਨਾਮ ਜਸਵੰਤ ਆ ਜੀ। ਅਸੀਂ ਪਿੰਡ ਫੂਲਖੁਰ ਤੋਂ ਆਏ। ਬਾਬਾ ਜੀ ਦੀ ਮੈਂ ਸਿਸਟਰ ਲੱਗਦੀ ਹਾਂ ਨਾ, ਬਾਬਾ ਜੀ ਦੀ ਭੈਣ ਆ। ਤੇ ਤੁਸੀਂ, ਬਾਬਾ ਜੀ ਦਾ ਜੀਵਨ ਬੜਾ ਪਵਿੱਤਰ ਹੈ ਬਾਬਾ ਜੀ ਤੇ ਇਹਨਾਂ ਪਰ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਤੇ ਤੁਸੀਂ ਕੀ ਮਾਣ ਮਹਿਸੂਸ ਕਰਦੇ ਹੋ? ਇਹਨਾਂ ਤੇ ਤਾਂ ਅਸੀਂ ਉਹ ਮਾਣ ਮਹਿਸੂਸ ਕਰਦੇ ਹਾਂ ਕਿ ਜੋ ਕੁਛ ਅਸੀਂ ਹੈ ਅੱਜ ਇਹਨਾਂ ਦੀ ਬਦੌਲਤ ਆ। ਸਾਰਾ ਪਰਿਵਾਰ, ਸਾਰੇ ਇਹ ਸਾਰੀ ਸੰਗਤ ਇਹਨਾਂ ਦੇ ਬਦੌਲਤ ਇੱਥੇ ਬੈਠੇ ਆ। ਪਰ ਜਿਸ ਘਰ ਵਿੱਚ ਇਹ ਪੂਰਨ ਬ੍ਰਹਮ ਗਿਆਨੀ ਆਏ ਆ, ਉਹਨਾਂ ਦੀ ਮਾਂ ਧੰਨ, ਉਹਨਾਂ ਦੇ ਭੈਣ ਭਰਾ ਧੰਨ, ਸਾਰੇ ਧੰਨ ਅਸੀਂ ਜਿਹੜੇ ਇਹਨਾਂ ਦੇ ਬਹੁਤ ਕਰਮਾਂ ਵਾਲੇ ਆ ਅਸੀਂ। ਤੇ ਸਾਨੂੰ ਇਹ ਬ੍ਰਹਮ ਗਿਆਨੀ ਮਿਲੇ, ਸਾਡੇ ਪਰਿਵਾਰ ਦੇ ਵਿੱਚ ਇੱਕ ਬ੍ਰਹਮ ਗਿਆਨੀ ਨੇ ਜਨਮ ਲਿਆ। ਸੋ ਹੋਰ ਵੀ ਇੱਥੇ ਸੰਗਤ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਭਾਜੀ ਕੀ ਨਾਮ, ਕਿੱਥੋਂ ਆਏ ਹੋ? ਮੇਰਾ ਨਾਮ ਨਾਨਕ ਸਿੰਘ ਹੈ ਜੀ। ਮੈਂ ਮੋਹਾਲੀ ਤੋਂ ਆਇਆ ਜੀ। ਤੇ ਕਿੰਨਾ ਚਿਰ ਹੋ ਗਿਆ ਇਸ ਸਥਾਨ ਤੇ ਆਉਂਦੇ ਨੂੰ? ਸਾਨੂੰ ਤਾਂ ਕਾਫੀ ਸਾਲ ਹੋ ਗਏ ਜੀ। ਪਹਿਲਾਂ ਸੰਤ ਰਤਨਜੀਤ ਸਿੰਘ ਜੀ ਨੇ, ਉਦੋਂ ਤੋਂ ਹੀ ਅਸੀਂ ਆ ਰਹੇ ਇਸ ਸਥਾਨ 'ਤੇ। ਤੇ ਕੀ ਵਜ੍ਹਾ ਸੀ ਤੁਸੀਂ ਇਸ ਸਥਾਨ ਨਾਲ ਜੁੜੇ ਹੋ, ਮਹਾਂਪੁਰਸ਼ਾਂ ਨਾਲ ਜੁੜੇ ਹੋ? ਐਕਚੁਅਲੀ ਜਿਹੜੇ ਬਾਬਾ ਸੰਤ ਰਤਨ ਸਿੰਘ ਸੀ ਨਾ, ਉਹ ਸਾਡੇ ਨਾਲ ਕਾਫੀ ਪਿਆਰ ਸੀ ਉਹਨਾਂ ਦਾ। ਸਾਡੇ ਕੋਲ ਮੋਹਾਲੀ ਉਹ ਰਹਿ ਕੇ ਵੀ ਜਾਂਦੇ ਸੀਗੇ, ਹਫਤਾ ਦੇ ਵੇਲੇ ਸੀਗੇ। ਅਤੇ ਬਾਬਾ ਜੀ ਦੇ ਨਾਲ ਹੀ ਅਸੀਂ ਇਕੱਠੇ ਜੌਬ ਕਰਦੇ ਸੀ ਦੋਨੇ। ਅਤੇ ਬਾਬਾ ਜੀ ਨਾਲ ਕਰਕੇ ਹੀ ਸਾਡਾ ਉਹਨਾਂ ਨਾਲ ਪਿਆਰ ਸੀਗਾ, ਸੰਤ ਰਤਨ ਸਿੰਘ ਨਾਲ। ਅਤੇ ਅਸੀਂ ਉਹਨਾਂ ਤੋਂ ਮਤਲਬ ਬਹੁਤ ਕੁਝ ਸਿੱਖਿਆ ਬਾਬਾ ਜੀ ਤੋਂ, ਬਹੁਤ ਕੁਝ ਉਹਨਾਂ ਨੇ ਸਾਨੂੰ, ਮਤਲਬ ਇਹ ਗੱਲ, ਇੱਕ ਸ਼ਾਂਤੀ ਜਿਹੜੀ ਨਹੀਂ, ਜਦੋਂ ਉਹਨਾਂ ਨੂੰ ਮਿਲਦੇ, ਇੱਕ ਮਨ ਦੀ ਸ਼ਾਂਤੀ ਮਿਲਦੀ ਹੈ। ਇਸ ਥਾਂ 'ਤੇ ਆ ਕੇ ਸਾਡੀ ਇੱਕ ਸੈਟਿਸਫੈਕਸ਼ਨ ਹੈ ਮਨ ਦੀ, ਉਹ ਹੁੰਦੀ ਹੈ, ਯਾਨੀ ਮਨ ਦੀ ਸੰਤੁਸ਼ਟੀ ਇੱਥੇ ਆ ਕੇ ਹੁੰਦੀ। ਹਾਂਜੀ ਹਾਂ। ਸੋ ਗੁਰਬਾਣੀ ਦਾ ਕਥਨ ਹੈ, ਨਾ ਸੀਤਲੰਗ ਚੰਦਰ ਦੇਵ ਹੈ, ਨਾ ਸੀਤਲੰਗ ਬਾਮਨ ਚੰਦਨਾ ਹੈ, ਨਾ ਸੀਤਲੰਗ ਸੀਤ ਰਤੇਣ, ਨਾਨਕ ਸੀਤਲੰਗ ਸਾਧ ਸਵੱਜਣਾ ਹੈ। ਮਹਾਂਪੁਰਸ਼ਾਂ ਦਾ ਜੀਵਨ, ਪੀਸ ਆਫ ਮਾਈਂਡ। ਇਹਨਾਂ ਸੰਗਤਾਂ ਦਾ ਤਾਂ ਕਹਿਣਾ ਹੈ ਕਿ ਸਾਨੂੰ ਮਨ ਦੀ ਜਿਹੜੀ ਸ਼ਾਂਤੀ ਹੈ ਇਸ ਸਥਾਨ 'ਤੇ ਆ ਕੇ ਪ੍ਰਾਪਤ ਹੁੰਦੀ ਹੈ। ਅਤੇ ਸਾਡੇ ਜਿਹੜੇ ਦੁੱਖ ਸੁੱਖ ਹੈ, ਜਿਹੜੇ ਸਾਡੀਆਂ ਘਰਾਂ ਦੀਆਂ ਤਕਲੀਫਾਂ ਹੈ, ਉਹ ਵੀ ਅਸੀਂ ਇੱਥੇ ਅਰਦਾਸ ਕਰਕੇ ਦੂਰ ਕਰਦੇ ਹਾਂ। ਸੋ ਕੈਮਰਾਮੈਨ ਅਮਰਤਪਾਲ ਦੇ ਨਾਲ ਮੈਂ ਕੁਲਵਿੰਦਰ ਰਸੂਲਪੁਰ, ਸ਼ਾਨ-ਏ-ਵਿਰਾਸਤ TV ਦੇ ਲਈ।